ਉਹ ਸ਼ਾਇਦ ਤੁਹਾਨੂੰ ਤਰੀਕ ਯਾਦ ਹੈ ਜਿੱਦਣ ਤੁਸੀਂ ਆਪਣੀ ਇੱਜ਼ਤ ਲਾਈ ਸੀ ਭਾਜਪਾ ਦਫ਼ਤਰ ਬਾਹਰ ਪਿਛਲੇ ਮਹੀਨੇ ਅਗਸਤ ਦੀ ਗੱਲ ਹੈ। ਜਾਖੜ ਵਰਗਿਆਂ ਨੇ ਕਾਂਗਰਸ ਨਾਲ ਵੀ ਧੋਖਾ ਕੀਤਾ, ਮਾਂ ਪਾਰਟੀ ਸੀ। ਉਹਨਾਂ ਨੇ ਇੱਥੇ ਵੀ ਧੋਖਾ ਕਰਨਾ। ਰੋਂਦੇ ਰਾਜ ਨੇ ਟਕਸਾਲੀ ਬੀਜੇਪੀ, ਟਕਸਾਲੀ ਭਾਜਪਾਈਆਂ ਨਾਲ। ਉਹਨਾਂ ਦੇ ਮੂੰਹ ਚੋਂ ਵੀ ਪਤਾ ਕੀ ਨਿਕਲਿਆ, ਕਹਿੰਦੇ ਯਾਰ ਉਹਨਾਂ ਸਿੱਧਾ ਕਿਹਾ, ਕਹਿੰਦੇ ਬਰਵਾਹ ਜੀ ਤੁਸੀਂ ਸਾਡੇ ਪੁਰਾਣੇ ਮਿੱਤਰ ਹੋ, ਆਫ ਦਾ ਰਿਕਾਰਡ ਤੁਹਾਨੂੰ ਦੱਸਦੇ ਆ, ਕਹਿੰਦੇ ਤਾਂ ਆਪਣਾ ਮਸਤ ਇਕੱਲਾ ਹੀ ਤੁਰਿਆ ਹੋਇਆ, ਕਿਸੇ ਨੂੰ ਪੁੱਛਦਾ ਗਿੱਛਦਾ ਹੀ ਨਹੀਂ ਹੈ ਜਾਖੜ। ਦੇਖੋ ਬੀਜੇਪੀ ਦਫ਼ਤਰ ਜਾ ਕੇ ਦੇਖ ਲਓ, ਉੱਥੇ 90% ਲੋਕ ਜਿਹੜੇ ਹੈਗੇ ਨੇ ਉਹ ਕਾਂਗਰਸੀ ਕਬਜ਼ਾ ਕਰਕੇ ਬੈਠੇ ਹੋਏ ਨੇ। ਕੋਈ ਟਕਸਾਲੀ ਭਾਜਪਾਈ ਜਾਂ ਕੋਈ ਭਾਜਪਾ ਪੁਰਾਣਾ ਵਰਗ। ਸ਼ੀਸ਼ਾ ਤੁਹਾਨੂੰ ਦਿਖ ਰਿਹਾ, ਤੁਸੀਂ ਸੋਚ ਰਹੇ ਸੀ 15ਵੇਂ ਸਾਲ ਗਿਣਾਵਾਂਗੇ ਕਿ 15 ਸਾਲ ਕੇਂਦਰ 'ਚ ਭਾਜਪਾ ਦੇ, ਉਹ ਸ਼ਾਇਦ ਹੀ ਖਾਤਾ ਹੈ ਤੁਹਾਡਾ ਐਤਕੀ ਖੁੱਲੇ ਨਾ ਖੁੱਲੇ। ਕਾਊਂਟਡਾਊਨ ਸ਼ੁਰੂ ਹੋ ਚੁੱਕੇ। ਨਹੀਂ ਤੁਸੀਂ ਤਾਂ ਫਿਰ ਪੰਜਾਬ ਅਭਿਆਨ ਦੀ ਗੱਲ ਕਰ ਰਹੇ ਹੋ, ਪੈਰ ਤੁਹਾਡੇ ਇੰਡੀਆ ਚੱਲਦੇ ਪਏ, ਦੇਸ਼ ਚੱਲ ਰਹੇ। ਨਹੀਂ ਇਹ ਤਾਂ ਤੁਸੀਂ ਹਵਾ 'ਚ ਤੀਰ ਮਾਰਦੇ ਹੋ। ਬਾਈ ਇਲੈਕਸ਼ਨ ਦਾ ਰਿਜ਼ਲਟ ਮੈਂ ਤਾਂ ਨਹੀਂ ਕੱਢਿਆ। ਦੇਖੋ ਬਾਈ ਇਲੈਕਸ਼ਨ ਦਾ ਰਿਜ਼ਲਟ ਕਿੱਥੇ ਆਇਆ? ਚੋਣ ਕਮਿਸ਼ਨ ਨਹੀਂ ਕੱਢਿਆ ਨਾ ਸਾਡੇ। MP ਸੀਟਾਂ ਆਈਆਂ ਨੇ, ਉਹ ਉਸ ਦਾ ਹੀ ਨਤੀਜਾ ਨੇ। ਇਹਨਾਂ ਨੇ ਨਹੀਂ, ਇਹ ਘਰਾਣਿਆਂ ਨੇ ਨਹੀਂ ਸਾਨੂੰ ਵੋਟਾਂ ਦਿੱਤੀਆਂ। ਤੁਹਾਨੂੰ ਕੀ ਮਿਲਿਆ ਕੱਪੜੇ ਤਾਰ ਕੇ? ਕੋਈ ਭਾਜਪਾ ਵਾਲਾ ਤੁਹਾਡੇ ਕੋਲ ਸੀਨੀਅਰ ਆਇਆ, ਉਹਨੇ ਕਿਹਾ ਵੀ ਅਸੀਂ ਤੇਰੇ ਨਾਲ ਆ, ਅਸੀਂ ਜਾਖੜ ਨੂੰ ਤਾਰਨ 'ਚ ਮਦਦ ਕਰਦੇ ਹਾਂ, ਕੋਈ ਤੁਹਾਡੇ ਨਾਲ ਖੜਿਆ? ਤੁਸੀਂ ਲਾ ਲਓ ਘਰ 'ਚ ਨਵੀਂ ਨੂੰਹ ਆਂਦੀ ਹੈ, ਜੇ ਉਹ ਧੱਕੇ ਨਾਲ ਚਾਬੀਆਂ ਸੱਸ ਕੋਲੋਂ ਆਪਣੀ ਕੋਲੋਂ ਖੋਲਵੇ ਤੇ ਤਜਰਬਾ ਉਹਨੂੰ ਹੋਵੇ ਨਾ ਘਰ ਚਲਾਉਣ ਦਾ, ਤੇ ਉਹ ਤਾਂ ਘਰ ਨੂੰ ਉਜਾੜ ਦੇਵੇਗੀ। ਜਾਖੜ ਨਵੀਂ ਨੂੰਹ ਹੈ, ਇਹ ਨਵੀਂ ਨੂੰਹ ਹੈ, ਇਹਨੂੰ ਕੋਈ ਤਜਰਬਾ ਨਹੀਂ। ਸਾਡੀ MP ਰਹਿ ਚੁੱਕੇ ਆ ਉਹ ਸਰ ਜੀ, ਉਹ ਕਾਂਗਰਸ ਪਾਰਟੀ ਦਾ ਰਹਿ ਚੁੱਕਿਆ। ਤੁਸੀਂ ਰਾਜਨੀਤਿਕ ਤਾਂ ਇੱਕੋ ਹੀ ਹੁੰਦੀ ਹੈ, ਬੀਜੇਪੀ ਨਾਲ ਕੰਮ ਤਾਂ ਜਨ ਸੇਵਾ ਹੈ, ਕੰਮ ਤਾਂ ਜਨ ਸੇਵਾ ਹੈ, ਲੋਕ ਸੇਵਾ ਹੈ। ਪਾਰਟੀ ਕੀ ਕਰੇਗੀ? ਕਾਂਗਰਸ ਨੇ ਕੀ ਕਰਿਆ? ਭ੍ਰਸ਼ਟਾਚਾਰ ਕਰਿਆ ਕਾਂਗਰਸ। ਹੁਣ ਤੁਸੀਂ ਪੱਗ ਤੁਸੀਂ ਸ਼ੌਂਕ ਨੂੰ ਬੰਨੀ ਹੈ? ਹਾਂਜੀ। ਅੱਛਾ, ਕਿਤੇ ਤੁਸੀਂ ਨਹੀਂ ਸ਼੍ਰੋਮਣੀ ਅਕਾਲੀ ਦਲ 'ਚ ਜਾ ਰਹੇ, ਪੱਗ ਬੰਨ੍ਹਣ ਦੀ ਪ੍ਰੈਕਟਿਸ ਕਰ ਰਹੇ ਵੀ ਅੱਜ ਭੂਰੇ ਰੰਗ ਦੀ ਹੈ, ਕੱਲ ਨੂੰ ਨੀਲੀ ਕਰ ਲਾਂਗੇ? ਆਪਣੀ ਪਾਰਟੀ ਦੇ ਹੁੰਦਿਆਂ ਵਿੱਚ ਫਾਇਦੇ ਚੱਕੇ ਹੁੰਦੇ ਨੇ, ਅਰਬਾਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹੁੰਦੀਆਂ ਨੇ। ਉਹ ਆ ਕੇ ਆਪਣੀ ਜਾਇਦਾਦ ਬਚਾਉਣ ਦੀ ਖਾਤਰ ਦੂਜੀਆਂ ਪਾਰਟੀਆਂ ਦਾ ਸਹਾਰਾ ਲੈਂਦੇ ਨੇ। 1999 ਦੀ ਬੀਜੇਪੀ ਬਣੀ ਹੋਈ ਹੈ, ਤੁਸੀਂ ਪੰਜਾਬ 'ਚ ਆਪਣੇ ਪੈਰ ਹੀ ਨਹੀਂ ਲਾ ਸਕੇ। ਤੁਹਾਨੂੰ ਆਪਣੇ ਬੰਦੇ ਹੀ ਨਹੀਂ ਤੁਹਾਨੂੰ ਹਾਲੇ ਤੱਕ ਇਹੋ ਜਿਹੇ ਮਿਲੇ ਜਿਹੜੇ ਭਾਜਪਾ ਨੂੰ ਲੈ ਕੇ ਚੱਲ ਸਕਣ। ਤੁਹਾਨੂੰ ਹੋਰ ਪਾਰਟੀਆਂ ਚੱਕਣੇ ਪੈਂਦੇ। ਤੁਹਾਡੀ ਕਿੱਡੀ ਵੱਡੀ, ਇਹਨੂੰ ਮੈਂ ਨਾਲਾਇਕੀ ਕਹਾਂਗਾ, ਲਾਪਰਵਾਹੀ ਤਾਂ ਛੋਟਾ ਸ਼ਬਦ ਹੈ। ਅਕਾਲੀ ਦਲ ਸਾਨੂੰ 23 ਸੀਟਾਂ ਦਿੰਦਾ ਸੀ, ਉਹਦੇ ਜੋ 18 ਸੀਟਾਂ ਅਸੀਂ ਜਿੱਤ ਗਏ। ਇਹਦਾ ਮਤਲਬ 90% ਸੀਟਾਂ ਜਿੱਤੇ ਅਸੀਂ। ਜੇ ਸਾਨੂੰ 117 ਲੜਨ ਦਾ ਮੌਕਾ ਮਿਲ ਜਾਂਦਾ ਉਸ ਟਾਈਮ। ਐਤਕੀ ਦੇਖਿਆ ਨਹੀਂ ਕਿੰਨੇ ਕੁ ਪਾਣੀ 'ਚੋਂ? ਨਹੀਂ, ਐਤਕੀ ਤਾਂ ਫਿਰ ਕਿਸਾਨ ਅੰਦੋਲਨ ਵਿੱਚ ਆ ਗਿਆ। ਤੁਹਾਨੂੰ ਇਤਰਾਜ਼ ਕੀ ਹੈ? ਤੁਹਾਨੂੰ ਲੱਗਦਾ ਨਹੀਂ ਤੁਹਾਡੀਆਂ ਪੰਜਾਬ 'ਚ ਜੜ੍ਹਾਂ ਨਹੀਂ? ਤੁਹਾਨੂੰ ਕੋਈ ਪੁੱਛ ਕੇ ਰਾਜੀ ਨਹੀਂ ਹੈਗਾ। ਸੰਘੀ ਤੁਹਾਨੂੰ ਕਹਿ ਦਿੰਦੇ ਨੇ, ਹਿੰਦੂਤਵਵਾਦ ਨੂੰ ਤੁਸੀਂ ਲੈ ਕੇ ਚੱਲਦੇ ਹੋ। ਜੇ ਕੋਈ ਹਿੰਦੂ ਲੀਡਰ ਆ ਗਿਆ ਤੁਹਾਡੇ, ਅੱਜ ਤੱਕ ਤਾਂ ਪੰਜਾਬ 'ਚ ਕਦੀ ਮੈਂ ਕਹਾਂ ਔਕਾਤ ਹੀ ਨਹੀਂ ਬਣ ਪਈ। ਸਿੱਧੀ ਗੱਲ ਕਰਾਂ, ਕੜੇ ਸ਼ਬਦਾਂ 'ਚ ਹੈਸੀਅਤ ਨਹੀਂ ਬਣ ਪਈ ਤੁਹਾਡੀ। ਤੇ ਜੇ ਕੋਈ ਇਹੋ ਜਿਹਾ ਬੰਦਾ ਆ ਗਿਆ, MP ਰਹਿ ਚੁੱਕਾ ਹੈ ਉਹ, ਤੇ ਇੱਕ ਵੱਡਾ ਘਰਾਣਾ ਜਾਖੜ ਪਰਿਵਾਰ, ਕਾਂਗਰਸ 'ਚ ਭਾਵੇਂ ਜੋ ਕੀਤਾ, ਰਾਜਨੀਤਿਕ ਐਕਸਪੀਰੀਅੰਸ ਹੈਗਾ, ਜੇ ਉਹ ਪੰਜਾਬ 'ਚ ਤੁਹਾਡੀ ਪਾਰਟੀ ਤੇ ਪੈਰ ਲਾ ਦੇਗਾ, ਤੁਸੀਂ ਕਿਉਂ ਤੜਫਦੇ ਹੋ? ਇਹ ਘਰਾਣੇ ਪਿੰਡਾਂ 'ਚ ਵੜਨ ਤੋਂ, ਸ਼ਹਿਰਾਂ 'ਚ ਵੜਨ ਤੋਂ ਇਹ ਰੋਕਦੇ ਰਹੇ ਨੇ ਬੀਜੇਪੀ ਨੂੰ। ਜੇ ਰੁਪਾਣੀ ਤੇ ਸੁਨੀਲ ਜਾਖੜ ਜਿਹੜੀ ਉਹਨਾਂ ਨਵੀਂ ਟੀਮ ਖੜੀ ਕਰਤੀ, ਉਹਦੇ ਨਾਲ ਸ਼ਾਮੀ 5 ਵਜੇ ਮੀਟਿੰਗ ਹੋ ਰਹੀ ਹੈ। ਉਸ ਤੋਂ ਤਾਂ ਹੋਰ ਪੱਕੀ ਮੋਹਰ ਲੱਗ ਜਾਏਗੀ ਜਦੋਂ ਜਾਖੜ ਦੀ ਬਣਾਈ ਟੀਮ ਐਕਸੈਪਟ ਹੋ ਜਾਏਗੀ। ਤੇ 24 ਸਤੰਬਰ ਨੂੰ ਕੀ ਕਰਨਗੇ ਸ਼੍ਰੀ ਨਿਵਾਸਨ ਤੁਹਾਨੂੰ ਸੁਣ ਕੇ? ਦੇਖੋ, ਅਸੀਂ ਤਾਂ ਆਪਣਾ ਦੁੱਖ ਦਰਦ ਦੱਸਣਾ ਹੈ। ਕਿਉਂਕਿ ਤੁਹਾਨੂੰ ਇਲਾਜ ਨਹੀਂ ਚਾਹੀਦਾ ਦੁੱਖ ਦਰਦ ਦਾ, ਹਾਏ ਹਾਏ ਕਰਕੇ ਆ ਜਾਓਗੇ ਤੁਸੀਂ। ਅੱਜ ਜਿਹੜੇ ਇਹ ਸਾਰੇ ਜਿਹੜੇ ਆਪਣੇ ਪਾਪ ਲੁਕਾਉਣ ਵਾਸਤੇ ਇੱਧਰ ਉੱਧਰ ਪਾਰਟੀਆਂ ਵਿੱਚ ਜਾਂਦੇ ਨੇ, ਲੋਕੀ ਦੇਖ ਰਹੇ ਨੇ, ਲੋਕੀ ਇਹਨਾਂ ਨਾਲ ਮੂੰਹ ਨਹੀਂ ਲਾਣਗੇ। ਸੋ ਅਬੋਹਰ ਤੋਂ ਸਾਬਕਾ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਬੀਤੇ ਕੱਲ ਕਮਲ ਦਾ ਫੁੱਲ ਛੱਡ ਕੇ ਝਾੜੂ ਚੱਕ ਲਿਆ। ਅਰੁਣ ਨਾਰੰਗ ਚਰਚਾ 'ਚ ਕਦੋਂ ਆਏ ਸੀ? ਕਿਸਾਨੀ ਅੰਦੋਲਨ ਦੌਰਾਨ, ਜਦੋਂ ਉਹ ਮੌਜੂਦਾ ਵਿਧਾਇਕ ਸੀ ਉਸ ਵੇਲੇ ਦੇ ਇੱਕ ਜਨਤਕ ਪ੍ਰੋਗਰਾਮ 'ਚ ਗਏ ਤੇ ਇੰਨਾ ਕੁ ਜਨ ਵਿਰੋਧ ਹੋਇਆ ਕਿ ਉਹਨਾਂ ਦੇ ਨਾਲ ਉਹਨਾਂ ਦੇ ਅੰਗ ਰੱਖਿਅਕ ਬਾਡੀ ਗਾਰਡ ਮੌਜੂਦ ਸੀ। ਇਸ ਦੇ ਬਾਵਜੂਦ ਉਹਨਾਂ ਦੇ ਕੱਪੜੇ ਫਾੜ ਦਿੱਤੇ ਗਏ ਸੀਗੇ। ਤੇ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਕਿਸਾਨਾਂ ਦਾ ਗੁੱਸਾ ਜਾਇਜ਼ ਹੈ, ਪਰ ਇਹ ਵੀ ਨਹੀਂ ਕਿ ਤੁਸੀਂ ਇੱਕ ਵਿਧਾਇਕ ਦੇ ਕੱਪੜੇ ਫਾੜ ਕੇ ਉਹਨੂੰ ਇਸ ਤਰ੍ਹਾਂ ਨੰਗਾ ਕਰੋ, ਜ਼ਲੀਲ ਕਰੋ। ਉਸ ਤੋਂ ਬਾਅਦ ਅਬੋਹਰ ਉਹੀ ਇਲਾਕਾ ਹੈ ਜਿੱਥੇ ਸੁਨੀਲ ਜਾਖੜ ਹੈ। ਸੁਨੀਲ ਜਾਖੜ ਨਾਲ ਕਨੈਕਟਡ ਹੁੰਦਾ ਅਰੁਣ ਨਾਰੰਗ। ਕਾਂਗਰਸ ਦੇ ਪ੍ਰਧਾਨ ਰਹੇ, ਸਾਬਕਾ MP ਰਹੇ। ਸੁਨੀਲ ਜਾਖੜ ਜਦੋਂ ਉਹਨਾਂ ਨੂੰ ਕਾਂਗਰਸ ਦੇ ਅਹੁਦੇ ਤੋਂ ਲਾਇਆ ਗਿਆ ਪ੍ਰਧਾਨ ਦੇ, ਤਾਂ ਉਹਨਾਂ ਨੇ ਪੰਜਾ ਛੱਡ ਕੇ ਕਮਲ ਦਾ ਫੁੱਲ ਚੁੱਕ ਲਿਆ। ਤੇ ਸਭ ਤੋਂ ਪਹਿਲਾਂ ਇਸ ਚੀਜ਼ ਦਾ ਵਿਰੋਧ 2 ਵਿਅਕਤੀਆਂ ਨੇ ਕੀਤਾ ਸੀਗਾ। ਇੱਕ ਤਾਂ ਖੁਦ ਅਰੁਣ ਨਾਰੰਗ ਸੀਗੇ,
ਦੂਜਾ ਸੀਗਾ ਮੋਹਾਲੀ ਦੇ ਭਾਜਪਾਈ ਨੇ, ਕੱਟੜ ਸੰਘੀ ਨੇ, ਦੌਲਤ ਰਾਮ ਕੰਬੋਜ ਜਿਹੜੇ ਨੇ ਫਿਰੋਜ਼ਪੁਰ ਵਾਲੇ, ਉਹਨਾਂ ਦਾ ਮੁੰਡਾ ਬੌਬੀ ਕੰਬੋਜ। ਬੌਬੀ ਨੇ ਵੀ ਜਦੋਂ ਅਨਾਉਂਸ ਹੋਇਆ ਸੀ ਕਿ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਬਣ ਗਏ, ਚੰਡੀਗੜ੍ਹ ਭਾਜਪਾ ਦਫ਼ਤਰ ਦੇ ਬਾਹਰ ਆਪਣੀ ਇੱਜ਼ਤ ਆਪ ਲਾਹੀ ਸੀ, ਆਪਣੇ ਕੱਪੜੇ ਆਪ ਫਾੜ ਕੇ ਲਾਤੇ ਸੀ। ਇਸ ਘਟਨਾਕ੍ਰਮ ਨੂੰ ਬੌਬੀ ਕਿੱਦਾਂ ਦੇਖਦੇ? ਸਾਡੇ ਨਾਲ ਮੌਜੂਦ ਨੇ ਬੌਬੀ। ਸੋ ਉਹ ਸ਼ਾਇਦ ਤੁਹਾਨੂੰ ਤਰੀਕ ਯਾਦ ਹੈ ਜਿੱਦਣ ਤੁਸੀਂ ਆਪਣੀ ਇੱਜ਼ਤ ਲਾਈ ਸੀ ਭਾਜਪਾ ਦਫ਼ਤਰ ਬਾਹਰ? ਪਿਛਲੇ ਮਹੀਨੇ ਸੀ, ਅਗਸਤ ਦੀ ਗੱਲ ਹੈ। ਅਰੁਣ ਨਾਰੰਗ ਨੇ ਆਪਣਾ ਝਾੜੂ ਚੱਕ ਲਿਆ, ਕਿੱਦਾਂ ਦੇਖਦੇ ਹੋ? ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਹਰ ਸਮੇਂ ਸਾਨੂੰ ਆਪਣੀ ਗੱਲ ਕਹਿਣ ਦਾ, ਕਿਉਂਕਿ ਅੱਜ ਕੱਲ ਜਿਹੜਾ ਪ੍ਰੈਸ ਔਰ ਇਲੈਕਟ੍ਰਿਕ ਮੀਡੀਆ ਜਿਹੜਾ ਹੈਗਾ ਉਹੀ ਇੱਕ ਮਾਧਿਅਮ ਰਹਿ ਗਿਆ ਲੋਕਾਂ ਤੱਕ ਗੱਲ ਪਹੁੰਚਾਉਣ ਦਾ। ਨਹੀਂ ਤਾਂ ਸਾਰਾ ਕੁਝ ਹੀ ਇਹਨਾਂ ਨੇ ਜਿਹੜੇ ਵੱਡੇ ਵੱਡੇ ਧਨਾੜ ਜਿਹੜੇ ਲੀਡਰ ਹੈਗੇ ਨੇ, ਜਿਹੜੇ ਪੁਸ਼ਤੈਨੀ, ਇਹਨਾਂ ਦਾ ਧੰਦਾ ਲੀਡਰੀ ਰਹਿ ਗਿਆ। ਇਹਨਾਂ ਦਾ ਧੰਦਾ ਜਿਹੜਾ ਸੇਵਾ ਕਰਨਾ ਨਹੀਂ ਰਹਿ ਗਿਆ ਲੋਕਾਂ ਦੇ। ਇਹ ਸਿਰਫ ਆਪਣੇ ਇੱਕ ਕੰਪਨੀਆਂ, ਇਹਨਾਂ ਨੇ ਇੱਕ ਕੰਪਨੀਆਂ ਸਮਝਿਆ ਹੋਇਆ ਪਾਰਟੀਆਂ ਨੂੰ, ਵੀ ਇੱਕ ਕੰਪਨੀ ਬਦਲੀ, ਉਹ ਜੇ ਦੂਸਰੇ ਨੇ ਜ਼ਿਆਦਾ ਤਨਖਾਹ ਦਿੱਤੀ, ਤਰੱਕੀ ਦਿੱਤੀ, ਤੇ ਦੂਜੀ ਪਾਰਟੀ 'ਚ ਜਾ ਕੇ ਆਪਣਾ ਸਥਾਨ ਬਣਾ ਲੈਂਦੇ ਨੇ। ਔਰ ਜਿਹੜੇ ਖੂਨ ਪਸੀਨੇ ਨਾਲ ਸੀਂਚਣ ਵਾਲੇ ਵਰਕਰ ਹੁੰਦੇ ਨੇ ਉਹ ਮੂੰਹ ਤੱਕਦੇ ਰਹਿ ਜਾਂਦੇ ਨੇ। ਤੇ ਇਹ ਜਿਹੜੇ ਸੁਨੀਲ ਜਾਖੜ ਪਿੱਛੇ ਜਦੋਂ ਪ੍ਰਧਾਨ ਬਣੇ ਨੇ, ਤੇ ਸਭ ਤੋਂ ਪਹਿਲਾਂ ਅਰੁਣ ਨਾਰੰਗ ਜੀ ਨੇ ਵਿਰੋਧ ਕੀਤਾ, ਔਰ ਉਸ ਤੋਂ ਬਾਅਦ ਮੈਂ ਵਿਰੋਧ ਇਸ ਕਰਕੇ ਕੀਤਾ ਸੀ ਕਿ ਜਿਹੜਾ ਅਰੁਣ ਨਾਰੰਗ ਜੀ ਦੇ ਕੱਪੜੇ ਜਿਹੜੇ ਪੜਵਾਏ ਗਏ ਸੀਗੇ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਕਿਉਂਕਿ ਸੁਨੀਲ ਜਾਖੜ ਇੱਕ ਬਹੁਤ ਹੀ ਵੱਡਾ ਘਰਾਣਾ ਸੀਗਾ, ਆਪਣੇ ਆਪ ਨੂੰ ਸਮਝਦੇ ਨੇ ਅਬੋਹਰ ਤੋਂ। ਔਰ ਉਹ ਨਹੀਂ, ਬਿਲਕੁਲ ਨਹੀਂ ਮੈਂ ਮੰਨਦਾ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਹਰਾਉਣ ਵਾਲੇ ਜਿਹੜੇ ਇੱਕ ਕੌਂਸਲਰ ਅਰੁਣ ਨਾਰੰਗ ਜੀ ਅਬੋਹਰ ਨਗਰ ਕੌਂਸਲ ਦੇ ਕੌਂਸਲਰ ਰਹੇ ਨੇ, ਉਹਨਾਂ ਨੇ ਉਹਨੂੰ ਸੁਨੀਲ ਜਾਖੜ ਜੀ ਨੂੰ ਬਹੁਤ ਹੀ ਬੁਰੀ ਤਰ੍ਹਾਂ ਨਾਲ ਹਰਾਇਆ ਸੀਗਾ। ਇਹ ਜਿਹੜੀ ਚੀਜ਼ ਹੈ ਉਹਨਾਂ ਕੋਲੋਂ ਹਜਮ ਨਹੀਂ ਹੋਈ, ਕਿਉਂਕਿ ਇੱਕ ਗਰੀਬ ਬੰਦੇ ਨੇ ਉਹਨਾਂ ਨੂੰ ਹਰਾਤਾ ਸੀਗਾ। ਔਰ ਜਿਹੜਾ ਉਹ ਬਦਲਾ ਲੈਣ ਵਾਸਤੇ ਉਹਨਾਂ ਦੇ ਜਿਹੜੇ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਕਿਸਾਨੀ ਰੂਪ ਬਾਅਦ 'ਚੋਂ ਦੇ ਦਿੱਤਾ ਗਿਆ। ਪਰ ਉਹ ਜਿਹੜੇ ਕੱਪੜੇ ਜਿਹੜੇ ਹੈ ਉਹ ਸਿੱਧਾ ਤੇ ਸਿੱਧਾ ਇਹਨਾਂ ਤੇ ਇਲਜ਼ਾਮ ਲੱਗਦੇ ਰਹੇ ਨੇ। ਤਾਂ ਹੀ ਅਰੁਣ ਨਾਰੰਗ ਜੀ ਨੇ ਜਿਹੜਾ ਇਹਨਾਂ ਦਾ ਵਿਰੋਧ ਕੀਤਾ ਸੀ ਕਿ ਇੱਕ ਪਾਰਟੀ ਦੀ ਆਈਡੀਓਲੋਜੀ ਅਡੋਪਟ ਕਰੇ ਤੋਂ ਬਗੈਰ ਹੀ ਜਿਹੜਾ ਐਡੀ ਵੱਡੀ ਜਿਹੜੀ ਪੋਸਟ ਹੈ ਉਹ ਜਿਹੜੀ ਪੰਜਾਬ ਬੀਜੇਪੀ ਦਾ ਪ੍ਰਧਾਨ ਬਣਾ ਦੇਣਾ ਇੱਕ ਨਵੇਂ ਆਏ ਬੰਦੇ ਨੂੰ, ਉਹ ਬਹੁਤ ਹੀ ਜਿਹੜਾ ਹਾਈ ਕਮਾਂਡ ਨੇ ਜਿਹੜਾ ਬਹੁਤ ਹੀ ਮੰਦਭਾਗਾ ਜਿਹੜਾ ਫੈਸਲਾ ਕੀਤਾ ਸੀ। ਆਉਣ ਵਾਲੇ ਦਿਨਾਂ ਵਿੱਚ ਇਹਦਾ ਜਿਹੜਾ ਖਮਿਆਜਾ ਪਾਰਟੀ ਨੂੰ ਭੁਗਤਣਾ ਪਏਗਾ। ਸੰਗੀ ਹੋ, ਆਪਣੇ ਆਪ ਨੂੰ ਭਾਜਪਾ 'ਚ ਮੰਨਦੇ ਹੋ ਭਾਜਪਾ ਵਰਕਰ ਹੋ? ਮੈਂ ਬਿਲਕੁਲ, ਮੈਂ ਤੁਹਾਨੂੰ ਇਤਰਾਜ਼ ਕੀ ਹੈ? ਤੁਹਾਨੂੰ ਲੱਗਦਾ ਨਹੀਂ ਤੁਹਾਡੀਆਂ ਪੰਜਾਬ 'ਚ ਜੜ੍ਹਾਂ ਨਹੀਂ? ਤੁਹਾਨੂੰ ਕੋਈ ਪੁੱਛ ਕੇ ਰਾਜੀ ਨਹੀਂ ਹੈਗਾ? ਸੰਗੀ ਤੁਹਾਨੂੰ ਕਹਿ ਦਿੰਦੇ ਨੇ, ਹਿੰਦੂਤਵਵਾਦ ਨੂੰ ਤੁਸੀਂ ਲੈ ਕੇ ਚੱਲਦੇ ਹੋ। ਜੇ ਕੋਈ ਹਿੰਦੂ ਲੀਡਰ ਆ ਗਿਆ ਤੁਹਾਡੇ, ਅੱਜ ਤੱਕ ਦਾ ਪੰਜਾਬ 'ਚ ਕਦੀ ਮੈਂ ਕਹਾਂ ਔਕਾਤ ਹੀ ਨਹੀਂ ਬਣ ਪਾਈ, ਸਿੱਧੀ ਗੱਲ ਕਰਾਂ, ਕੜੇ ਸ਼ਬਦਾਂ 'ਚ ਹੈਸੀਅਤ ਨਹੀਂ ਬਣ ਪਾਈ ਤੁਹਾਡੀ। ਤੇ ਜੇ ਕੋਈ ਇਹੋ ਜਿਹਾ ਬੰਦਾ ਆ ਗਿਆ, MP ਰਹਿ ਚੁੱਕਾ ਉਹ, ਤੇ ਇੱਕ ਵੱਡਾ ਘਰਾਣਾ ਜਾਖੜ ਪਰਿਵਾਰ, ਕਾਂਗਰਸ 'ਚ ਭਾਵੇਂ ਜੋ ਕੀਤਾ ਰਾਜਨੀਤਿਕ ਐਕਸਪੀਰੀਅੰਸ ਹੈਗਾ, ਜੇ ਉਹ ਪੰਜਾਬ 'ਚ ਤੁਹਾਡੀ ਪਾਰਟੀ ਤੇ ਪੈਰ ਲਾ ਦੇਗਾ, ਤੁਸੀਂ ਕਿਉਂ ਤੜਫਦੇ ਹੋ? ਦੇਖੋ, ਅਸੀਂ ਤੜਫਦੇ ਨਹੀਂ ਹੈਗੇ, ਅਸੀਂ ਚਿੰਤਿਤ ਹਾਂ। ਤੁਸੀਂ ਭਾਜਪਾ ਦਾ ਭਲਾ ਨਹੀਂ ਚਾਹੁੰਦੇ ਪੰਜਾਬ 'ਚ? ਅਸੀਂ ਚਿੰਤਿਤ ਹਾਂ। ਅਸੀਂ ਇਸ ਕਰਕੇ ਚਿੰਤਿਤ ਹਾਂ ਕਿਉਂਕਿ ਸਾਡੇ ਜਿਹੜੇ ਬਜ਼ੁਰਗਾਂ ਨੇ ਇਹ ਪਾਰਟੀ ਨੂੰ ਪੰਜਾਬ ਵਿੱਚ ਖੜਾ ਕਰਨ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ। ਬਾਊ ਹਿਤਬਲਾਸ਼ੀ ਜੀ, ਉਹਨਾਂ ਦੇ ਪਰਿਵਾਰ ਨੂੰ ਪੁੱਛ ਕੇ ਦੇਖੋ, ਉਹਨਾਂ ਨੇ ਅੱਤਵਾਦ ਸਮੇਂ ਹੰਢਾਇਆ। ਔਰ ਸਾਡੇ ਵੀ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਵੀ ਅੱਤਵਾਦ ਦੇ ਟਾਈਮ ਤੇ ਇਲੈਕਸ਼ਨਾਂ ਲੜੀਆਂ, ਜਦੋਂ ਥ੍ਰੈਟ ਸੀਗੀ ਵੀ ਇਲੈਕਸ਼ਨ ਜਿਹੜਾ ਖੜੇਗਾ ਉਹਨੂੰ ਮੌਤ ਤੇ ਘਾਟ ਉਤਾਰ ਦਿੱਤਾ ਜਾਏਗਾ। ਕਾਹਤੋਂ ਖੜੇ ਸੀ? ਪਾਰਟੀ ਦਾ ਝੰਡਾ ਬੁਲੰਦ ਕਰਨ ਵਾਸਤੇ ਖੜੇ ਸੀ। ਉਦੋਂ ਉਹਨਾਂ ਨੇ ਆਪਣੀ ਜਾਨ ਮਾਲ ਦੀ ਪਰਵਾਹ ਨਹੀਂ ਕੀਤੀ, ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ। ਔਰ ਉਸ ਸਮੇਂ ਪਾਰਟੀ ਦਾ ਝੰਡਾ ਜਿਹੜਾ, ਇਹ ਜਿਹੜੇ ਘਰਾਣੇ ਸੀਗੇ, ਇਹ ਘਰਾਣੇ ਪਿੰਡਾਂ 'ਚ ਵੜਨ ਤੋਂ, ਸ਼ਹਿਰਾਂ 'ਚ ਵੜਨ ਤੋਂ ਇਹ ਰੋਕਦੇ ਰਹੇ ਨੇ ਬੀਜੇਪੀ ਨੂੰ। ਔਰ ਪਰ ਫਿਰ ਵੀ ਸਾਡਾ ਜਿਹੜਾ ਕਰਮਸ਼ਟ ਕਾਰਜਕਰਤਾ ਸੀ ਬੀਜੇਪੀ ਦਾ, ਉਹ ਜਿਹੜਾ ਪਿੰਡ ਪਿੰਡ ਗਿਆ, ਉਹਨਾਂ ਨੇ ਪਿੰਡ ਪਿੰਡ ਝੰਡਾ ਪਹੁੰਚਾਇਆ। ਅੱਜ ਜਿਹੜੀ 300 ਪਲੱਸ ਜਿਹੜੀਆਂ ਵੋਟਾਂ MP ਸੀਟਾਂ ਆਈਆਂ ਨੇ, ਉਹ ਉਸ ਦਾ ਹੀ ਨਤੀਜਾ ਨੇ। ਇਹਨਾਂ ਨੇ ਨਹੀਂ, ਇਹ ਘਰਾਣਿਆਂ ਨੇ ਨਹੀਂ ਸਾਨੂੰ ਵੋਟਾਂ ਦਿੱਤੀਆਂ। ਤਾਰੇ ਤੁਹਾਨੂੰ ਕੀ ਮਿਲਿਆ ਕੱਪੜੇ ਤਾਰ ਕੇ? ਕੋਈ ਭਾਜਪਾ ਵਾਲਾ ਤੁਹਾਡੇ ਕੋਲ ਸੀਨੀਅਰ ਆਇਆ, ਉਹਨੇ ਕਿਹਾ ਵੀ ਅਸੀਂ ਤੇਰੇ ਨਾਲ ਆ, ਅਸੀਂ ਜਾਖੜ ਨੂੰ ਤਾਰਨ 'ਚ ਮਦਦ ਕਰਦੇ ਹਾਂ? ਕੋਈ ਤੁਹਾਡੇ ਨਾਲ ਖੜਿਆ? ਦੇਖੋ, ਇੱਕ ਕਿ ਤੁਸੀਂ ਆਪਣੇ ਰਾਂਝਾ ਰਾਜੀ ਕਰ ਲਿਆ ਕਿ ਹਾਂ ਯਾਰ ਮੇਰੀ ਦਿਲ ਸੀ, ਮੈਂ ਪਾੜਦੇ ਸੀ, ਮੈਂ ਪਾੜ ਤੇ ਇੱਜ਼ਤ ਲਾਤੀ? ਨਹੀਂ, ਇਹਦੇ ਪਿੱਛੇ ਜਾਖੜ ਦੀ ਕਾਲ ਆਈ, ਕਿਸੇ ਹੋਰ ਸੀਨੀਅਰ ਦੀ ਆਈ? ਦੇਖੋ, ਇਹਦੇ ਪਿੱਛੇ ਜਿਹੜੀ ਉਹ ਇੱਕ ਕਹਾਵਤ ਹੈ, ਉਹ ਕਹਿੰਦੇ ਵੀ ਬਈ ਖੂਹ ਖਾਲੀ ਹੋ ਗਿਆ ਸੀਗਾ ਤੇ ਉਹਨੇ ਕਹਿਤਾ ਵੀ ਤੁਸੀਂ ਸਾਰੇ ਪਿੰਡ ਨੂੰ ਕਿਹਾ ਵੀ ਇੱਕ ਇੱਕ ਬਾਲਟੀ ਤੁਸੀਂ ਪਾਣੀ ਹੈ। ਉਹ ਕਹਿੰਦਾ ਚੱਲ
ਸ਼ਾਮ ਸਿੰਘ ਪਾ ਦੂਗਾ ਜਾ ਕੇ, ਉਹ ਕਹਿੰਦਾ ਰਾਮ ਸਿੰਘ ਪਾ ਦੂਗਾ, ਉਹ ਕਹਿੰਦਾ ਫਲਾਣਾ ਸਿੰਘ ਪਾ ਦੂਗਾ, ਉਹ ਕਹਿੰਦਾ ਫਲਾਣਾ, ਖੂਹ ਖਾਲੀ ਦਾ ਖਾਲੀ ਰਹਿ ਗਿਆ। ਮੈਂ ਇੱਕ ਆਪਣੀ ਤਿਲਾਂਜਲੀ ਜਿਹੜੀ ਦਿੱਤੀ ਹੈ ਨਾ, ਇੱਕ ਮੈਂ ਜੇ ਇਕੱਲੇ ਨੇ ਆਪਣੀ ਦਿੱਤੀ ਹੈ, ਮੇਰੇ ਨਾਲ ਸਾਰੇ ਟਕਸਾਲੀ ਵਰਕਰਾਂ ਦਾ ਭਾਵਨਾਵਾਂ ਜੁੜੀਆਂ ਹੋਈਆਂ। ਇੱਕ ਗੱਲ ਹੁੰਦੀ ਹੈ ਵੀ ਉਹ ਆ ਕੇ ਖੜੇ ਤਾਂ ਹੈ ਨਹੀਂ ਇੱਕ ਮੰਚ ਤੇ, ਉਹ ਮੇਰੇ ਨਾਲ ਸਾਰੇ ਖੜੇ ਨੇ। ਤੁਹਾਨੂੰ ਫੋਨ ਵੀ ਕੀਤਾ ਕਿਸੇ ਨੇ ਕਿ ਨਹੀਂ? ਮੈਨੂੰ ਸਭ ਨੇ ਫੋਨ ਕੀਤਾ, ਸਭ ਨੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਮਜਬੂਰੀ ਵਸ਼ ਜਿਹੜੇ ਅਸੀਂ ਆਪਣੇ ਫਾਇਦਿਆਂ ਵਾਸਤੇ ਆਪਣੇ ਪਾਰਟੀ ਦੀ ਪ੍ਰਤੀਬੱਧਤਾ ਦੇ ਕਾਰਨ ਅਸੀਂ ਸਾਹਮਣੇ ਨਹੀਂ ਆ ਸਕਦੇ, ਪਰ ਜਿਹੜਾ ਇਹ ਕੰਮ ਕੀਤਾ ਗਿਆ ਹੈ ਇਹ ਆਉਣ ਵਾਲੇ ਸਮੇਂ 'ਚ ਜ਼ਰੂਰ ਕੰਮ ਆਏਗਾ, ਕਿਉਂਕਿ ਜਿਹੜਾ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਸਭ ਕੁਝ ਦੇਖਦੀਆਂ ਨੇ, ਉਹਨਾਂ ਨੂੰ ਵੀ ਚਿੰਤਾ ਹੁੰਦੀ ਹੈ, ਕਿਉਂਕਿ ਇੱਕ ਔਖੇ ਸਮੇਂ ਵਿੱਚ ਖੜੀ ਕੀਤੀ ਹੋਈ ਪਾਰਟੀ ਜਿਹੜੀ ਹੈਗੀ ਹੈ ਉਹ ਆਪਣੇ ਵਰਕਰਾਂ ਦਾ ਜ਼ਰੂਰ ਖਿਆਲ ਰੱਖਦੀ ਹੈ। ਅਸੀਂ 24 ਤਰੀਕ ਨੂੰ ਜਿਹੜੇ ਸਾਡੇ ਕਹਿੰਦੇ ਨੇ ਵੀ ਪਾਰਟੀ ਦੀ ਜਿਹੜਾ ਮਾਂ ਹੁੰਦੀ ਹੈ ਉਹ ਸੰਗਠਨ ਮੰਤਰੀ ਹੁੰਦਾ, ਉਹ ਸੰਗਠਨ ਮੰਤਰੀ ਜਿਹੜੇ ਸ਼੍ਰੀ ਨਿਵਾਸੂ ਜੀ, ਉਹਨਾਂ ਕੋਲ ਅਸੀਂ 24 ਤਰੀਕ ਨੂੰ ਸਾਰੇ ਟਕਸਾਲੀ ਜਿਹੜੇ ਬੀਜੇਪੀ 24 ਜਿਹੜੀ ਸਤੰਬਰ ਨੂੰ ਅਸੀਂ ਇਕੱਠੇ ਹੋ ਰਹੇ ਹਾਂ, ਉਹਨਾਂ ਕੋਲ ਆਪਣਾ ਦੁੱਖ ਰੱਖਾਂਗੇ ਵੀ ਜਿਹੜੇ ਟਕਸਾਲੀ ਵਰਕਰ। ਤੁਸੀਂ ਇੰਨਾ ਸਮਾਂ ਹੋ ਗਿਆ, 1.5 ਮਹੀਨਾ ਹੋ ਜਾਏਗਾ ਨੂੰ ਪ੍ਰਧਾਨ ਬਣੇ ਨੂੰ। ਦੇਖੋ ਸਰਕਾਰਾਂ ਨੂੰ ਔਰ ਜਿਹੜੇ ਹਾਈ ਕਮਾਂਡ ਨੂੰ ਅੱਜ ਦੀ ਉਹ ਗੱਲ ਕਰ ਰਹੇ ਆ ਵਿਜੇ ਰੁਪਾਣੀ ਤੇ ਸੁਨੀਲ ਜਾਖੜ, ਜਿਹੜੀ ਉਹਨਾਂ ਨਵੀਂ ਟੀਮ ਖੜੀ ਕਰਤੀ, ਉਹਦੇ ਨਾਲ ਸ਼ਾਮੀ 5 ਵਜੇ ਮੀਟਿੰਗ ਹੋ ਰਹੀ ਹੈ। ਉਸ ਤੋਂ ਤਾਂ ਹੋਰ ਪੱਕੀ ਮੋੜ ਲੱਗ ਜਾਏਗੀ ਜਦੋਂ ਜਾਖੜ ਦੀ ਬਣਾਈ ਟੀਮ ਐਕਸੈਪਟ ਹੋ ਜਾਏਗੀ। ਤੇ 24 ਸਤੰਬਰ ਨੂੰ ਕੀ ਕਰਨਗੇ ਸ਼੍ਰੀ ਨਿਵਾਸਨ ਤੁਹਾਨੂੰ ਸੁਣ ਕੇ? ਦੇਖੋ ਅਸੀਂ ਤਾਂ ਆਪਣਾ ਦੁੱਖ ਦਰਦ ਦੱਸਣਾ ਹੈ। ਅਸੀਂ ਜਿਹੜਾ ਅਰੁਣ ਨਾਰੰਗ ਜੀ ਨੇ ਜਿਹੜਾ ਕਦਮ ਚੱਕਿਆ, ਆ ਜਾਓਗੇ, ਤੁਹਾਨੂੰ ਇਲਾਜ ਨਹੀਂ ਚਾਹੀਦਾ ਦੁੱਖ ਦਰਦ ਦਾ, ਹਾਏ ਹਾਏ ਕਰਕੇ ਆ ਜਾਓਗੇ ਤੁਸੀਂ। ਸਾਨੂੰ ਇਲਾਜ ਚਾਹੀਦਾ, ਅਸੀਂ ਇਲਾਜ ਵਾਸਤੇ ਹੀ ਉਹਨਾਂ ਕੋਲ ਜਾਣਾ। ਜਾਖੜ ਨੂੰ ਸੀਟ ਤੋਂ ਲਾਓ। ਨਹੀਂ, ਜੇ ਜਾਖੜ ਨੂੰ ਪਾਰਟੀ ਨੇ ਬਣਾ ਦਿੱਤਾ ਹੈ, ਜਿਹੜਾ ਕੋਈ ਕਿਸੇ ਟਾਈਮ ਐਮਪੀ ਬਣ ਗਿਆ ਸੀ, ਕਾਂਗਰਸ ਤੋਂ ਐਮਐਲਏ ਹਾਰ ਗਿਆ ਸੀ, ਤੁਸੀਂ ਉਹਨੂੰ ਸੀਟ ਤੋਂ ਉਤਾਰ ਦਿਓ, ਤੁਹਾਡਾ ਤਾਂ ਇਲਾਜ ਹੀ ਹੈ ਫਿਰ। ਨਹੀਂ, ਅਸੀਂ ਉਤਾਰਨ ਨੂੰ ਤਾਂ ਹੁਣ ਕਹਿ ਹੀ ਨਹੀਂ ਰਹੇ, ਕਿਉਂਕਿ ਜਿਹੜਾ ਹਾਈ ਕਮਾਂਡ ਨੇ ਇੱਕ ਫੈਸਲਾ ਕਰਤਾ ਹੈ। ਦੇਖੋ ਹੁਣ ਜਿਹੜੀ ਟੀਮ ਬਣਾਈ ਹੈ ਉਹਦੇ ਵਿੱਚ 75% ਤੋਂ ਵੱਧ ਜਿਹੜੇ ਹੁਣੇ ਕਾਂਗਰਸ ਤੋਂ ਜਾਂ ਅਕਾਲੀ ਦਲ ਤੋਂ ਜਾਂ ਇਧਰੋਂ ਉਧਰੋਂ ਦਲ ਬਦਲੂ ਉਹਨਾਂ ਨੂੰ ਕਿਹਾ ਜਾ ਸਕਦਾ ਹੈ, ਜਿਹੜੇ ਆਪਣੀ ਪਾਰਟੀ ਦੇ ਵਿੱਚ ਫਾਇਦੇ ਉਠਾਉਂਦੇ ਰਹੇ ਨੇ। ਅਸੀਂ ਕਿਸੇ ਨੇ ਕੋਈ ਪਾਰਟੀ, ਜਦੋਂ ਸਾਡੀ ਸਰਕਾਰ ਵੀ ਸੀ ਤਾਂ ਜਿਹੜੇ ਬੀਜੇਪੀ ਵਰਕਰ ਸੀ ਉਹਨਾਂ ਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ। ਅੱਜ ਜਿਹੜੇ ਇਹ ਸਾਰੇ ਜਿਹੜੇ ਆਪਣੇ ਪਾਪ ਲੁਕਾਉਣ ਵਾਸਤੇ ਇੱਧਰ ਉੱਧਰ ਪਾਰਟੀਆਂ ਵਿੱਚ ਜਾਂਦੇ ਨੇ, ਲੋਕੀ ਦੇਖ ਰਹੇ ਨੇ, ਲੋਕੀ ਇਹਨਾਂ ਨਾਲ ਮੂੰਹ ਨਹੀਂ ਲਾਣਗੇ। 14 ਅਗਸਤ ਦੀ ਗੱਲ ਹੈ ਮੇਰੀ, ਜਦੋਂ ਅਰੁਣ ਨਾਰੰਗ ਨਾਲ ਫੋਨ ਤੇ ਗੱਲ ਹੋਈ ਸੀ, ਉਹ ਕਹਿੰਦੇ ਸੀ ਜੀ ਜਦੋਂ ਗੱਲ ਬੜੀ ਵੱਡੇ ਪੱਧਰ ਤੇ ਉੱਠ ਗਈ ਸੀ, ਸ਼ਾਇਦ ਉਦੋਂ ਉਹ ਤੁਹਾਡੇ ਘਰੇ ਵੀ ਆ ਕੇ ਗਏ ਸੀ ਮੋਹਾਲੀ, ਤੁਹਾਨੂੰ ਵੀ ਉਹਨਾਂ ਨੇ ਕਿਹਾ ਵੀ ਚਲੋ ਆਪਾਂ ਵੀ ਝਾੜੂ ਚੱਕ ਲੈਂਦੇ ਆ, ਤੁਸੀਂ ਵੀ ਕਮਲ ਦਾ ਫੁੱਲ ਸੁੱਟ ਦਿਓ। ਤੇ ਸੁਨੀਲ ਜਾਖੜ ਵੀ ਅਰੁਣ ਨਾਰੰਗ ਦੇ ਘਰੇ ਗਏ ਸੀ। ਜੋ ਤੱਕ ਗੱਲ ਸਾਹਮਣੇ ਜੋ ਨਿਕਲ ਕੇ ਸਾਡੇ ਕੋਲ ਆਈ ਸੀ ਕਿ ਨਾਰੰਗ ਕਹਿੰਦੇ ਆ ਕਿ ਮੇਰੀ ਸੁਨੀਲ ਜਾਖੜ ਨਾਲ ਨਾਰਾਜ਼ਗੀ ਨਹੀਂ ਹੈ, ਭਾਜਪਾ ਹਾਈ ਕਮਾਂਡ ਨਾਲ ਮੇਰੀ ਨਾਰਾਜ਼ਗੀ ਹੈ ਵੀ ਉਹਨੂੰ ਕਿਉਂ ਲਾਤਿਆ। ਤੇ ਤੁਹਾਡੇ ਤੱਕ ਵੀ ਉਹ ਆਏ, ਮੇਰੀ ਵੀ ਉਦੋਂ ਗੱਲ ਹੋਈ ਸੀ, ਕਹਿੰਦੇ ਮੇਰੇ ਕੋਲ ਹਰ ਪਾਰਟੀ ਵਾਲਾ ਆ ਰਿਹਾ ਕਿ ਸਾਡੀ ਪਾਰਟੀ ਆ ਜਾਓ, ਸਾਡੀ ਪਾਰਟੀ ਆ ਜਾਓ। ਕੀ ਸਮਝਦੇ ਹੋ ਇਸ ਦੇ ਬਾਵਜੂਦ? ਉਹਨਾਂ ਨੇ ਵੀ ਬਹਿੰਦੀ ਗੰਗਾ 'ਚ ਹੀ ਹੱਥ ਧੋਇਆ ਯਾਰ ਕਿ ਇਸੇ ਪਾਰਟੀ ਦੇ 27 ਤੱਕ ਤਾਂ ਬੜੀ ਮੋਟੀ ਤਾਕਤ ਸਾਡੇ 'ਚ ਰਹੇਗੀ ਨਾ, ਇਸੇ ਸੋਚ ਕੇ ਆਪਣਾ ਨਿੱਜੀ ਸਿਆਸੀ ਫਾਇਦਾ ਦੇਖ ਕੇ ਅਰੁਣ ਨਾਰੰਗ ਉੱਧਰ ਚਲੇ ਗਏ ਨੇ। ਦੇਖੋ ਮੈਂ ਇਸ ਨੂੰ ਬੜੀ ਮੰਦਭਾਗੀ ਘਟਨਾ ਗਿਣਦਾ। ਦੀ ਕੋਸ਼ਿਸ਼ ਹੋਈ ਪੂਰੀ। ਦੇਖੋ ਸਾਡਾ ਪਰਿਵਾਰ ਜਿਹੜਾ ਇੱਕ ਟਕਸਾਲੀ ਭਾਜਪਾਈ ਪਰਿਵਾਰ ਹੈਗਾ, ਸਾਨੂੰ ਜਿਹੜਾ ਕੋਈ ਵੀ ਖਰੀਦ ਨਹੀਂ ਸਕਦਾ, ਸਾਨੂੰ ਕੋਈ ਲਾਲਚ ਨਹੀਂ ਦੇ ਸਕਦਾ। ਨਾਰੰਗ ਨੇ ਦਿੱਤਾ ਕੋਈ ਲਾਲਚ? ਦੇਖੋ ਅਸੀਂ ਨਾਰੰਗ ਨੇ ਦਿੱਤਾ ਸੀ ਨਹੀਂ, ਉਹ ਇੱਕ ਬੀਜੇਪੀ ਵਰਕਰ ਦੇ ਨਾਤੇ ਮੈਨੂੰ ਮਿਲਣ ਆਏ ਸੀਗੇ, ਕਿਉਂਕਿ ਮੈਂ ਉਹਨਾਂ ਦੇ ਘਟਨਾ ਕਰਕੇ ਕੁੜਤੇ ਵਾਲੀ ਗੱਲ ਕਰਕੇ, ਹਾਂਜੀ, ਮੈਂ ਕੱਪੜੇ ਆਪਣੇ ਉੱਥੇ ਪਾੜ ਕੇ ਪ੍ਰਦਰਸ਼ਨ ਕੀਤਾ ਸੀ ਬੀਜੇਪੀ ਦਫ਼ਤਰ ਵਿੱਚ, ਉਸ ਨਾਤੇ ਉਹ ਮੈਨੂੰ ਇੱਕ ਐਜ਼ ਏ ਭਾਜਪਾਈ ਲੀਡਰ, ਸੀਨੀਅਰ ਲੀਡਰ ਹੋਣ ਦੇ ਨਾਤੇ ਉਹ ਮੈਨੂੰ ਮਿਲਣ ਆਏ ਸੀਗੇ ਤੇ ਮੈਂ ਉਹਨਾਂ ਦਾ ਸਵਾਗਤ ਕੀਤਾ ਸੀ ਆਪਣੇ ਘਰ। ਠੀਕ ਹੈ ਜੀ। ਤੇ ਮੈਂ ਇਹ ਜਿਹੜੀ ਉਹਨਾਂ ਨੇ ਅੱਜ ਪਤਾ ਲੱਗਾ ਵੀ ਉਹਨਾਂ ਨੇ ਆਮ ਆਦਮੀ ਜੁਆਇਨ ਕਰ ਲਈ ਹੈ, ਮੈਂ ਇਹਨੂੰ ਬਹੁਤ ਹੀ ਮੰਦਭਾਗੀ ਘਟਨਾ ਮੰਨਦਾ ਵਾਂ। ਔਰ ਇਹ ਜਿਹੜੇ ਨਵੇਂ ਕਾਂਗਰਸੀ ਨੇ ਮਖੌਟਾ ਪਾਇਆ ਭਾਜਪਾ ਦਾ, ਉਹਨਾਂ ਵਾਸਤੇ ਤਾਂ ਇਹ ਖੁਸ਼ਖਬਰੀ ਹੋਏਗੀ, ਪਰ ਜਿਹੜੇ ਟਕਸਾਲੀ ਵਰਕਰ ਜਿਨ੍ਹਾਂ ਨੇ ਆਪਣੀਆਂ ਨੀਂਦਾਂ ਹਰਾਮ ਕਰਕੇ, ਆਪਣੇ ਪਰਿਵਾਰਾਂ ਨੂੰ ਦਰਕਿਨਾਰ ਕਰਕੇ ਪਾਰਟੀ ਨੂੰ ਚੜ੍ਹਦੀ ਕਲਾ ਲਈ ਜਿਹੜਾ ਕੰਮ ਕੀਤਾ ਦਿਨ ਰਾਤ ਇੱਕ ਕਰਕੇ, ਉਹਨਾਂ ਵਾਸਤੇ ਇਹ ਜਿਹੜੀ ਘਟਨਾ ਜਿਹੜੀ ਹੋਈ ਹੈ ਨਾ, ਇਹ ਬਹੁਤ ਹੀ ਅਸਹਿਨੀय ਹੈ ਔਰ ਦੁਖਦਾਈ ਘਟਨਾ ਹੈ। ਇਹਦਾ ਜਿਹੜਾ ਖਮਿਆਜਾ ਪਾਰਟੀ ਨੂੰ ਆਉਣ ਵਾਲੇ ਦਿਨਾਂ 'ਚ ਭੁਗਤਣਾ ਪਏਗਾ, ਕਿਉਂਕਿ ਜਿਹੜਾ ਨਵਾਂ ਜਿਹੜਾ ਬੰਦਾ ਹੈਗਾ ਉਹ ਜੇ ਕਿਸੇ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲੇਗਾ, ਜਿਹੜਾ ਹੁਣ ਤੁਸੀਂ ਲਾ ਲਓ ਘਰ 'ਚ ਨਵੀਂ ਨੂੰਹ ਆਉਂਦੀ ਹੈ, ਜੇ ਉਹ ਧੱਕੇ ਨਾਲ ਚਾਬੀਆਂ ਸੱਸ ਕੋਲੋਂ ਆਪਣੀ ਕੋਲੋਂ ਖੋਹ ਲਵੇ
ਤੇ ਤਜਰਬਾ ਉਹਨੂੰ ਹੋਵੇ ਨਾ ਘਰ ਚਲਾਉਣ ਦਾ ਤੇ ਉਹ ਤਾਂ ਘਰ ਨੂੰ ਉਜਾੜ ਦੇਵੇਗੀ। ਜਾਖੜ ਨਵੀਂ ਨੂੰ ਹੈ, ਇਹ ਨਵੀਂ ਨੂੰ ਹੈ, ਇਹਨੂੰ ਕੋਈ ਤਜਰਬਾ ਨਹੀਂ। ਸਾਡੀ ਐਮਪੀ ਰਹਿ ਚੁੱਕੇ ਆ ਉਹ ਸਰ ਜੀ, ਉਹ ਕਾਂਗਰਸ ਪਾਰਟੀ ਦਾ ਰਹਿ ਚੁੱਕਿਆ। ਤੁਸੀਂ ਰਾਜਨੀਤਿਕ ਤਾਂ ਇੱਕੋ ਹੀ ਹੁੰਦੀ ਹੈ, ਬੀਜੇਪੀ ਨਾਲ ਕੰਮ ਤਾਂ ਜਨ ਸੇਵਾ ਹੈ, ਕੰਮ ਤਾਂ ਜਨ ਸੇਵਾ ਹੈ, ਲੋਕ ਸੇਵਾ ਹੈ। ਪਾਰਟੀ ਕੀ ਕਰੇਗੀ? ਕਾਂਗਰਸ ਨੇ ਕੀ ਕਰਿਆ? ਭ੍ਰਸ਼ਟਾਚਾਰ ਕਰਿਆ ਕਾਂਗਰਸ ਨੇ ਕੀ ਕਰਿਆ? ਅੱਜ ਆਪਣੇ ਸਾਰੇ ਕੰਮ ਤੁਸੀਂ ਇਹਦਾ ਪਿਛੋਕੜ ਦੇਖ ਲਓ। ਜੇ ਆਪਾਂ ਇਹਨਾਂ ਦੇ ਪਰਿਵਾਰਾਂ ਦੇ ਇਲਾਕੇ ਦਾ, ਸ਼ਹਿਰ ਦਾ, ਸੂਬੇ ਦਾ ਵਿਕਾਸ ਨਹੀਂ ਕਰਨਾ ਐਮਐਲਏ ਨੇ, ਐਮਪੀ ਨੇ ਕੀ ਕਰਿਆ? ਬੋਰਡ ਦਾ ਇਹਨੇ ਕੀ ਸਵਾਰਿਆ? ਤੇ ਨਰੰਗ ਨੇ ਕੀ ਸਵਾਰਿਆ? ਨਰੰਗ ਨੇ ਕੀ ਸਵਾਰਿਆ? ਕੀ ਸਪੀਕਰ ਰਹੇ ਨਰੰਗ ਦਾ ਦੱਸ ਦਿਓ। ਦੇਖੋ, ਮੈਨੂੰ ਨਾਰੰਗ ਸਾਹਿਬ ਨਾਲ ਕੋਈ ਉਹ ਨਹੀਂ ਹੈਗਾ। ਮੈਂ ਤਾਂ ਇੱਕ ਤੁਸੀਂ ਭਾਈਵਾਲ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨਾਲ। ਅੱਛਾ, ਹੁਣ ਤੁਸੀਂ ਪੱਗ ਤੁਸੀਂ ਸ਼ੌਂਕ ਨੂੰ ਬੰਨੀ ਹੈ? ਹਾਂਜੀ। ਅੱਛਾ, ਕਿਤੇ ਤੁਸੀਂ ਨਹੀਂ ਸ਼੍ਰੋਮਣੀ ਅਕਾਲੀ ਦਲ ਚ ਜਾ ਰਹੇ, ਪੱਗ ਬੰਨਣ ਦੀ ਪ੍ਰੈਕਟਿਸ ਕਰ ਰਹੇ ਵੀ ਅੱਜ ਭੂਰੇ ਰੰਗ ਦੀ ਹੈ, ਕੱਲ ਨੂੰ ਨੀਲੀ ਕਰ ਲਾਂਗੇ? ਹੈ ਤਾਂ ਭਾਜਪਾ ਦੇ ਭਾਈਵਾਲ ਹੀ ਹੋ ਤੁਸੀਂ। ਮੇਰਾ ਨਾਮ ਸ਼ਿੰਦਰਪਾਲ ਸਿੰਘ। ਬਿਲਕੁਲ ਠੀਕ ਹੈ। ਸਹਿਜਧਾਰੀ ਸਿੱਖ ਹੋ? ਸਹਿਜਧਾਰੀ ਮੈਂ ਸਿੱਖ ਹਾਂ। ਹਾਂ। ਮੇਰਾ ਜਿਹੜਾ ਬ੍ਰਦਰ ਹੈ ਉਹ ਸ਼ੁਰੂ ਤੋਂ ਸਿੱਖੀ ਸਰੂਪ ਚ ਹੈ। ਹਾਂ। ਪਿਤਾ ਜੀ ਪਿਤਾ ਜੀ ਮੇਰੇ ਦੌਲਤ ਰਾਮ ਕੰਬੋਜ ਨੇ। ਸਹਿਜਧਾਰੀ? ਉਹ ਸਹਿਜਧਾਰੀ ਨੇ। ਉਹ ਤਾਂ ਨਾਮ ਤੋਂ ਵੀ ਸਿੱਖ ਨਹੀਂ ਲੱਗਦੇ। ਹਾਂਜੀ, ਦੌਲਤ ਰਾਮ ਕੰਬੋਜ। ਹਾਂ। ਉਹ ਸਰੇਆਮ ਅੱਤਵਾਦ ਸਮੇਂ ਵੀ ਬੱਸਾਂ 'ਚ ਘੁੰਮਦੇ ਰਹੇ ਨੇ। ਇਲੈਕਸ਼ਨ ਲੜੇ ਨੇ 91 ਦਾ ਵੀ, 92 ਦਾ ਵੀ, ਥ੍ਰੈਟ ਦੇ ਦੌਰਾਨ ਵੀ ਇਲੈਕਸ਼ਨ ਲੜਿਆ। ਕੋਈ ਮਾਈ ਦਾ ਲਾਲ ਸੀਗਾ ਉਦੋਂ ਜਿਹੜਾ ਮਤਲਬ ਕਿ ਇਲੈਕਸ਼ਨ ਲੜਦਾ ਸੀ। ਜਿਹੜੇ ਸਾਡੇ ਇਹ ਆਪਾਂ ਤਜਰਬਾ ਦੇਖੀਏ ਕਿ ਭਾਜਪਾ ਵਾਲਾ ਆਪ 'ਚ ਜਾ ਰਿਹਾ ਹੈ, ਕਾਂਗਰਸ ਵਾਲਾ ਭਾਜਪਾ 'ਚ ਆ ਰਿਹਾ ਹੈ, ਕਦਰਾਂ ਕੀਮਤਾਂ ਐਥਿਕਸ ਪਾਰਟੀਆਂ ਦੀਆਂ ਨਹੀਂ ਰਹੀਆਂ, ਜ਼ੀਰੋ ਡੈਡ। ਦੇਖੋ, ਇਹੀ ਤਾਂ ਦੁੱਖ ਹੈਗਾ, ਰੋਣਾ ਹੈ। ਇਹੀ ਤਾਂ ਉਹੀ ਲੋਕੀ ਐਕਸੈਪਟ ਪਤਾ ਨਹੀਂ ਕਿਉਂ ਕਰ ਲੈਂਦੇ ਇਹਨਾਂ ਨੂੰ, ਜਿਨ੍ਹਾਂ ਨੇ ਆਪਣੀ ਪਾਰਟੀ ਦੇ ਹੁੰਦਿਆਂ ਫਾਇਦੇ ਚੱਕੇ ਹੁੰਦੇ ਨੇ, ਅਰਬਾਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹੁੰਦੀਆਂ ਨੇ। ਉਹ ਆ ਕੇ ਆਪਣੀ ਜਾਇਦਾਦ ਬਚਾਉਣ ਦੀ ਖਾਤਰ ਦੂਜੀਆਂ ਪਾਰਟੀਆਂ ਦਾ ਸਹਾਰਾ ਲੈਂਦੇ ਨੇ। ਉਹੋ ਜਿਹੇ ਬੰਦਿਆਂ ਵਾਸਤੇ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਇਹਨਾਂ ਦੀ ਪਹਿਲਾਂ ਤਾਂ NOC ਲਈ ਜਾਵੇ। ਜਦੋਂ ਆਪਾਂ ਇੱਕ ਬੰਦਾ ਨੌਕਰੀ ਲੱਗਦਾ, ਉਹਦੀ ਕਈ ਤਰ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ, ਕਈ ਤਰ੍ਹਾਂ ਦੀਆਂ NOCਆਂ ਉਹਨੂੰ ਡਿਪਾਰਟਮੈਂਟ ਤੋਂ ਲੈਣੀਆਂ ਪੈਂਦੀਆਂ ਨੇ। ਬਿਲਕੁਲ ਠੀਕ ਹੈ। ਔਰ ਇਹਨਾਂ ਦਾ ਵੀ ਇਹੀ ਹੋਣਾ ਚਾਹੀਦਾ। ਪਹਿਲਾਂ ਇਹ ਵਿਜੀਲੈਂਸ ਡਿਪਾਰਟਮੈਂਟ ਤੋਂ, ED ਤੋਂ, CBI ਤੋਂ, ਸਾਰਿਆਂ ਕਿਤੋਂ NOC ਲੈ ਕੇ ਆਣ, ਫਿਰ ਪਾਰਟੀ ਜੁਆਇਨ ਕਰਾਉਣ। ਇਦਾਂ ਦਾ ਕੋਈ ਫੇਰ ਤਾਂ ਲੀਡਰ ਲੱਗਦਾ ਮਸ਼ੀਨਾਂ 'ਚ ਬਣਾਉਣੇ ਪੈਣਗੇ, ਇਦਾਂ ਦਾ ਲੀਡਰ ਨਹੀਂ ਮਿਲਣ ਲੱਗੇ। ਫਿਰ ਮਸ਼ੀਨ 'ਚੋਂ ਬਣ ਕੇ ਨਿਕਲੇਗਾ, ਉਹ ਮਾੜਾ ਮੋਟਾ ਸਾਫ ਸੁਥਰਾ ਹੋਏਗਾ। ਕਹਿੰਦੇ ਆ ਵੀ ਭਾਰਤ ਜਿਹੜਾ ਹੈਗਾ ਅੱਛਾ, ਕੀ ਮੰਨਦੇ ਹੋ? ਭ੍ਰਿਸ਼ਟਾਚਾਰ ਮੁਕਤ ਹੋ ਜਾਏਗਾ। ਉਹ ਨਹੀਂ ਹੋ ਸਕਦਾ, ਚਾਹੇ ਮੋਦੀ ਜੀ ਜਿੰਨਾ ਮਰਜ਼ੀ ਐਫਰਟ ਕਰ ਲੈਣ। ਜਾਖੜ ਵਰਗਿਆਂ ਨੇ ਕਾਂਗਰਸ ਨਾਲ ਵੀ ਧੋਖਾ ਕੀਤਾ, ਮਾਂ ਪਾਰਟੀ ਸੀਗੀ। ਉਹਨਾਂ ਨੇ ਧੋਖਾ ਹੀ ਕਰਿਆ, ਉਹਨਾਂ ਨੇ ਇੱਥੇ ਵੀ ਧੋਖਾ ਕਰਨਾ। ਅੱਛਾ, ਉਹਨਾਂ ਨੇ ਇੱਥੇ ਵੀ ਧੋਖਾ ਕਰਨਾ। ਰੋਂਦੇ ਰਾਜੇ ਨੇ ਟਕਸਾਲੀ BJP, ਜੁੱਤੀਆਂ ਖਾਨ ਨੂੰ ਉਹਨਾਂ ਪੋਲੀਟੀਕਲ ਤੁਸੀਂ ਸੁਣਦੇ ਹੋਣੇ, ਇਹਨਾਂ ਨੇ ਖਾ ਜਾਣੇ। ਰਾਜਨੀਤੀ ਮਾਹਰ ਨੇ, ਪੋਲੀਟੀਕਲ ਐਕਸਪਰਟ ਨੇ, ਮਾਲਵਿੰਦਰ ਸਿੰਘ ਮਾਲੀ, ਉਹ ਬੜਾ ਖੁੱਲ ਕੇ ਕਹਿੰਦੇ ਆ ਜਾਖੜ ਬਾਰੇ। ਕਹਿੰਦੇ ਵੀ ਜਾਖੜ ਹਮੇਸ਼ਾ ਦੋ ਕਿਸ਼ਤੀਆਂ ਸਵਾਰ ਰਿਹਾ, ਔਰ ਜਿਹੜੀ ਕਿਸ਼ਤੀ ਵਧੀਆ ਤਰ ਰਹੀ ਹੁੰਦੀ ਉਹਦੇ 'ਚ ਦੋਨੋਂ ਪੈਰ ਰੱਖ ਲੈਂਦਾ, ਦੋਹਾਂ 'ਚ ਡੁੱਬਦੀ ਕਿਸ਼ਤੀ 'ਚ ਕਦੇ ਉਹਨੇ ਅੱਜ ਤੱਕ ਪੈਰ ਨਹੀਂ ਧਰਿਆ। ਸੋ ਮੌਕਾ ਪ੍ਰਸਤ ਬਣਿਆ ਜਾਖੜ, ਤੇ ਉਹਨੇ ਕਿਹਾ ਯਾਰ ਹੁਣ ਇੱਥੇ ਮੇਰੀ ਸਰਦਾਰੀ ਚੱਲੂਗੀ, ਇਹੀ ਫੜ ਲੈਣਾ ਭਾਜਪਾ ਹੀ। ਤੁਸੀਂ ਆਪਾਂ ਨੇ ਇਹਦੇ ਤੇ ਹੱਥ ਕੰਗਣ ਕੋ ਆਰਸੀ ਕਿਹਾ, ਆਪਾਂ ਦੇਖ ਹੀ ਰਹੇ ਆ। ਇੱਕ ਫਿਲਮ ਦੇ ਵਾਂਗੂ ਇਹ ਜਿਹੜੇ ਸੀਨ ਚੱਲਣ ਦੇ ਨੇ, ਕੋਈ ਇੱਧਰ ਆ ਰਿਹਾ, ਕੋਈ ਉੱਧਰ ਜਾ ਰਿਹਾ, ਕੋਈ ਉਹਨਾਂ ਦਾ ਮਤਲਬ ਕਿ ਕਿਸੇ ਪਾਰਟੀ ਪ੍ਰਤੀ ਕੋਈ ਝੁਕਾਵ ਨਹੀਂ ਹੈਗਾ। ਸਾਰੀ ਉਮਰ ਤਾਂ ਇਹ BJP ਨੂੰ ਗਾਲਾਂ ਕੱਢਦੇ ਰਹੇ ਨੇ, ਸਾਰੀ ਉਮਰ ਇਹ ਕੋਸਦੇ ਰਹੇ ਨੇ, ਸਾਰੀ ਉਮਰ ਇਹਨਾਂ ਨੇ ਸਾਨੂੰ ਕੁੱਟਿਆ, ਲੁੱਟਿਆ, ਤੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ, ਸਾਨੂੰ ਸ਼ਹਿਰਾਂ 'ਚ ਨਹੀਂ ਵੜਨ ਤੋਂ ਰੋਕਦੇ। ਤੇ ਨਰੰਗ ਨੇ ਵੀ ਤਾਂ ਇਹ ਕੀਤਾ, ਬੈਂਦੀ ਗੰਗਾ 'ਚ ਹੱਥ ਲੈ ਕਹਿੰਦਾ ਚੱਲ MLA ਲੰਘ ਗਿਆ, ਹੁਣ MP ਕਿਸਮਤ ਅਜਮਾ ਲਾਂਗੇ। ਸਰ ਜੀ, ਮੈਂ ਉਹੀ ਤਾਂ ਦੁਖੜਾ ਰੋ ਰਿਹਾ ਵਾਂ ਵੀ ਜਿਹੜਾ ਮੈਂ ਆਪਣੇ ਜਿਹੜੇ ਨਰੰਗ ਨਾਲ ਨਾਰਾਜ਼ਗੀ ਹੈ ਹੁਣ ਤੁਹਾਡੀ, ਨਰੰਗ ਨਾਲ ਨਾਰਾਜ਼ਗੀ ਹੈ। ਦੇਖੋ, ਮੇਰਾ ਕਿਹੜਾ ਉਹ ਕੋਈ ਪਾਰਟਨਰ ਸੀਗੇ ਜਾਂ ਮੇਰਾ ਕੋਈ ਉਹ ਸੀ। ਇੱਕ ਪਾਰਟੀ ਨਾਤੇ ਮੈਨੂੰ ਜ਼ਰੂਰ ਹਮਦਰਦੀ ਸੀ ਉਹਨਾਂ ਨਾਲ, ਜੋ ਹੋਇਆ ਸੀਗਾ ਗਲਤ ਹੋਇਆ ਸੀ। ਮੈਂ ਪਰ ਇੱਕ ਗੱਲ ਇੱਥੇ ਇਹ ਕਹਿਣੀ ਚਾਹੁੰਦਾ ਵਾਂ ਵੀ ਜਿਹੜਾ ਟਕਸਾਲੀ ਜਿਹੜੇ ਭਾਜਪਾਈ ਹੈ, ਉਹਨਾਂ ਨੂੰ ਸੰਯਮ ਰੱਖਣ, ਉਹਨਾਂ ਨੂੰ ਸਬਰ ਸੰਤੋਖ ਨਾਲ ਕੰਮ ਲੈਣਾ ਚਾਹੀਦਾ। ਇਹੋ ਜਿਹੇ ਕਦਮ ਜਿਹੜੇ ਪਾਰਟੀ ਬਦਲਣ ਦੇ ਇਹ ਨਹੀਂ ਲੈਣੇ ਚਾਹੀਦੇ। ਉਹਨਾਂ ਨੂੰ ਆਪਣਾ ਜਿਹੜਾ ਹੈਗਾ ਸੰਯਮ ਰੱਖ ਕੇ ਇਸੇ ਪਾਰਟੀ ਵਿੱਚ ਇਹਨਾਂ ਨੂੰ ਹਾਈ ਕਮਾਂਡ ਨੂੰ ਆਈਨਾ ਦਿਖਾਉਣਾ ਚਾਹੀਦਾ, ਕਿਉਂਕਿ ਇਹ ਜਿਹੜੇ ਲੋਕ ਹੈ ਸਥਿਰ ਲੋਕ ਨਹੀਂ। ਅੱਛਾ, ਕਿੰਨੇ ਕੁ ਲੋਕ ਜਾ ਰਹੇ ਹੋ 24 ਸਤੰਬਰ ਨੂੰ ਮਿਲਣ? ਦੇਖੋ, ਅਸੀਂ ਕਾਲ ਕੀਤੀ ਹੈ ਤੇ ਉਹ ਜਿੰਨੇ ਵੀ ਆਣਗੇ, ਜਿੰਨੇ ਵੀ ਭਾਜਪਾ ਤੋਂ ਨਾਰਾਜ਼ ਚੱਲ ਰਹੇ ਨੇ। ਨਹੀਂ, ਹੁਣ ਦੇਖੋ ਕਿੰਨੇ ਕੁ ਆਉਂਦੇ ਨੇ, ਕਿੰਨੇ ਕੋਈ ਇਕੱਠੇ ਹੋਣਗੇ ਨਾ ਜਿਹੜੇ ਸਾਹਮਣੇ ਨਹੀਂ ਆ ਜਿਹੜੇ ਜਾਖੜ ਤੋਂ ਨਾਰਾਜ਼ ਨੇ, ਭਾਜਪਾ ਤੋਂ ਨਾਰਾਜ਼ ਨੇ।
ਜਾਖੜ ਤੋਂ ਤਾਂ ਹੁਣ ਉਹ ਪ੍ਰਧਾਨ ਬਣ ਚੁੱਕਿਆ। ਹਾਂ। ਹੁਣ ਅਸੀਂ ਜਿਹੜਾ ਸਾਡੀ ਮਾਂ ਸਮਝਿਆ ਜਾਂਦਾ ਕਿਉਂਕਿ ਸੀਗਾ ਮੇਰੀ ਸਾਡੀ ਉਹ- ਮੇਰੀ ਮੇਰੀ ਨਾ ਤੁਹਾਡੀ ਪਾਰਟੀ ਦੇ ਜਿਹੜੇ ਸੂਬੇ ਦੇ ਕਈ ਹੋਰ ਅਹੁਦੇਦਾਰ ਨੇ ਜਾਖੜ ਦੀ ਟੀਮ 'ਚ ਸ਼ਾਮਲ ਨੇ, ਨੇੜੇ ਤੇੜੇ ਕਈਆਂ ਨਾਲ ਮੇਰੀ ਗੱਲ ਹੋਈ, ਉਹ ਆਫ ਕੈਮਰਾ ਮੈਨੂੰ ਕਿਹਨਾਂ ਨਾਲ ਬੋਲਦੇ, ਹੋਈ? ਮੈਂ ਨਾਮ ਤਾਂ ਬਾਅਦ 'ਚ ਕਾਂਗਰਸੀਆਂ ਦੱਸਾਂਗਾ। ਨਾਲ? ਨਹੀਂ ਤੁਹਾਡੇ ਭਾਜਪਾ ਹੀ ਟਕਸਾਲੀ ਭੱਜ ਪਈਆਂ ਨਾ। ਟਕਸਾਲੀ ਭਾਜਪਾਈਆਂ ਨਾਲ, ਉਹਨਾਂ ਦੇ ਮੂੰਹ ਚੋਂ ਵੀ ਪਤਾ ਕੀ ਨਿਕਲਿਆ, ਕਹਿੰਦੇ ਯਾਰ ਉਹਨਾਂ ਸਿੱਧਾ ਕਿਹਾ, ਕਹਿੰਦੇ ਮਰਵਾਹ ਜੀ ਤੁਸੀਂ ਸਾਡੇ ਪੁਰਾਣੇ ਮਿੱਤਰ ਹੋ, ਆਫ ਦਾ ਰਿਕਾਰਡ ਤੁਹਾਨੂੰ ਦੱਸਦੇ ਆ, ਕਹਿੰਦੇ ਤਾਂ ਆਪਣਾ ਮਸਤ ਇਕੱਲਾ ਹੀ ਤੁਰਿਆ ਹੋਇਆ, ਕਿਸੇ ਨੂੰ ਪੁੱਛਦਾ ਗਿੱਛਦਾ ਹੀ ਨਹੀਂ ਹੈ ਜਾਖੜ, ਤੇ ਬੜਾ ਮਤਲਬ ਅਸੰਤੋਸ਼ ਦਾ ਮਾਹੌਲ ਹੈ ਪਾਰਟੀ 'ਚ। ਇਹ ਗੱਲ ਸਹੀ ਹੈ? ਤੁਸੀਂ ਦੇਖੋ ਬੀਜੇਪੀ ਦਫ਼ਤਰ ਜਾ ਕੇ ਦੇਖ ਲਓ, ਉੱਥੇ 90% ਲੋਕ ਜਿਹੜੇ ਹੈਗੇ ਨੇ ਉਹ ਕਾਂਗਰਸੀ ਕਬਜ਼ਾ ਕਰਕੇ ਬੈਠੇ ਹੋਏ ਨੇ। ਕੋਈ ਟਕਸਾਲੀ ਭਾਜਪਾਈ ਜਾਂ ਕੋਈ ਭਾਜਪਾ ਪੁਰਾਣਾ ਵਰਕਰ ਉੱਥੇ ਆਉਂਦਾ ਹੀ ਹਰਜੋਤ ਨਹੀਂ ਹੈਗਾ। ਕਮਲ ਲੈ ਲਓ, ਕੇਵਲ ਢਿੱਲੋਂ ਲੈ ਲਓ, ਫਤਿਹ ਜੰਗ ਬਾਜਵਾ ਲੈ ਲਓ, ਸਾਰਾ ਕਬਜ਼ਾ ਹੋ ਗਿਆ। ਦੇਖੋ ਇੱਕ ਕੀ ਹੁੰਦਾ ਹੈ, ਇੱਕ ਕੰਪਨੀ ਟੇਕ ਬਲਬੀਰ ਸਿੱਧੂ, ਆ ਜਿਹੜੇ ਸਤਕਾਰ ਕੌਰ ਗਹਿਰੀ, ਅਡਾਨੀ ਨੇ ਉਹ ਹੇਠਲੀਆਂ ਛੋਟੀਆਂ ਕੰਪਨੀਆਂ ਟੇਕ ਓਵਰ ਕਰ ਲੀਆਂ। ਇਹ ਜਿਹੜੇ ਕਾਂਗਰਸੀ ਆਏ ਬਾਹਰੋਂ, ਉਹਨਾਂ ਨੇ ਭਾਜਪਾ ਦਾ ਦਫ਼ਤਰ ਜਿਹੜਾ ਜਿੰਨਾ ਖੂਨ ਪਸੀਨੇ ਨਾਲ ਇੱਕ ਕਮੀ ਨਹੀਂ ਰਹੀ ਤੁਹਾਡੀ ਪਾਰਟੀਆਂ ਦੀ। 1999 ਦੀ ਬੀਜੇਪੀ ਬਣੀ ਹੋਈ ਹੈ, ਬੀਜੇਪੀ ਦਫ਼ਤਰ ਬਣਾਇਆ ਸੀ, ਅੱਜ ਉਹਨਾਂ ਦਾ ਕਬਜ਼ਾ ਹੋ ਗਿਆ। 1999 ਦੀ ਬੀਜੇਪੀ ਬਣੀ ਹੋਈ ਹੈ, ਤੁਸੀਂ ਪੰਜਾਬ 'ਚ ਆਪਣੇ ਪੈਰ ਹੀ ਨਹੀਂ ਲਾ ਸਕੇ, ਤੁਹਾਨੂੰ ਆਪਣੇ ਬੰਦੇ ਹੀ ਨਹੀਂ, ਤੁਹਾਨੂੰ ਹਾਲ ਤੱਕ ਇਹੋ ਜਿਹੇ ਮਿਲੇ ਜਿਹੜੇ ਭਾਜਪਾ ਨੂੰ ਲੈ ਕੇ ਚੱਲ ਸਕਣ, ਤੁਹਾਨੂੰ ਹੋਰ ਪਾਰਟੀਆਂ ਚੱਕਣੇ ਪੈਂਦੇ। ਤੁਹਾਡੀ ਕਿੱਡੀ ਵੱਡੀ, ਇਹਨੂੰ ਮੈਂ ਨਾਲਾਇਕੀ ਕਹਾਂਗਾ, ਲਾਪਰਵਾਹੀ ਤਾਂ ਛੋਟਾ ਸ਼ਬਦ ਹੈ ਸਰ। ਇਹ ਬਹੁਤ ਤੁਸੀਂ ਗਲਤ ਸ਼ਬਦ ਬੋਲ ਰਹੇ ਹੋ। ਨਹੀਂ ਨਾਲਾਇਕੀ ਹੈ, ਤੁਹਾਨੂੰ ਲੀਡਰ ਨਹੀਂ ਲੱਭੇ ਚੱਜ ਦੇ। 1980 ਦੀ ਸਾਡੀ ਪਾਰਟੀ ਬਣੀ ਹੋਈ ਹੈ। ਹਾਂ। ਉਸ ਤੋਂ ਪਹਿਲਾਂ ਸਾਡਾ ਜਨ ਸੰਘ ਸੀ। ਜਨ ਸੰਘ ਤੇ ਪਹਿਲਾਂ ਕੰਮ ਕਰਦੇ ਰਹੇ, ਠੀਕ ਹੈ। ਦੀਵੇ ਦਾ ਚੋਣ ਨਿਸ਼ਾਨ ਸੀਗਾ। ਫਿਰ ਉਸ ਤੋਂ ਬਾਅਦ 1980 ਚ ਜਿਹੜੀ ਬੀਜੇਪੀ ਪੈਰ ਨਹੀਂ ਲੱਗੇ ਅੱਜ ਤੱਕ। ਅਕਾਲੀ ਦਲ ਵੀ ਨਾ ਤੁਹਾਨੂੰ ਕੋਈ ਪੁੱਛਦਾ ਨਹੀਂ ਸੀ। ਉਹ ਸਰ ਜੀ, ਜੇ ਅਕਾਲੀ ਦਲ ਸਾਨੂੰ 23 ਸੀਟਾਂ ਦਿੰਦਾ ਸੀ, ਉਹਦੇ ਜੋ 18 ਸੀਟਾਂ ਅਸੀਂ ਜਿੱਤ ਗਏ, ਇਹਦਾ ਮਤਲਬ 90% ਸੀਟਾਂ ਜਿੱਤੇ ਅਸੀਂ। ਜੇ ਸਾਨੂੰ 117 ਲੜਨ ਦਾ ਮੌਕਾ ਮਿਲ ਜਾਂਦਾ ਉਸ ਟਾਈਮ। ਐਤਕੀ ਦੇਖਿਆ ਨਹੀਂ ਕਿੰਨੇ ਕੁ ਪਾਣੀ ਚੋਂ? ਨਹੀਂ, ਐਤਕੀ ਤਾਂ ਫਿਰ ਕਿਸਾਨ ਅੰਦੋਲਨ ਵਿੱਚ ਆ ਗਿਆ। ਕਿਸਾਨ ਅੰਦੋਲਨ ਕਰਕੇ ਸਾਡਾ ਜਿਹੜਾ 1 ਸਾਲ ਦੇ ਕਿਸਾਨ ਅੰਦੋਲਨ ਨੇ ਤੁਹਾਡੀ 40 ਸਾਲ ਦੀ ਮਿਹਨਤ ਜ਼ੀਰੋ ਕਰਤੀ। 365 ਦਿਨ ਤੁਹਾਡੇ ਤੇ ਭਾਰੀ ਪੈ ਗਏ 40 ਸਾਲਾਂ ਤੇ। ਤੁਸੀਂ ਦੇਖੋ ਨਾ ਹੁਣ 40 ਸਾਲ ਚ ਕੀ ਕੀਤਾ ਤੁਹਾਡੇ ਲੀਡਰਾਂ ਨੇ ਪੰਜਾਬ ਚ ਪੈਰ ਲਾਉਣ ਲਈ? ਉਹ ਸਰ ਜੀ, ਇੱਕ ਹੀ ਅੰਦੋਲਨ ਤੁਹਾਨੂੰ ਰੋਲ ਕੇ ਰੱਖ ਗਿਆ। ਮਤਲਬ ਹਵਾ ਦੇ ਨਾਲ ਜਿਹੜਾ ਰੁੱਖ ਚੱਲਦਾ ਹੈ, ਜਿਵੇਂ ਆਮ ਆਦਮੀ ਦਾ ਜਿਹੜਾ ਹੜ ਆ ਗਿਆ, 92 ਸੀਟਾਂ ਉਹ ਲੈ ਗਏ। ਉਹ ਕੋਈ ਹਜੇ ਤੀਕਰ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ, ਔਰ ਜਨਤਾ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਇਹ ਸੀਟਾਂ ਕਿੱਦਾਂ ਆ ਗਈਆਂ। ਕੀਤਾ ਤਾਂ ਹੀ ਲੈ ਗਏ ਨਾ। 3 ਪਾਰਟੀਆਂ ਸੀ ਉਹਨਾਂ ਕੋਲ, ਕਹਿੰਦੇ ਕਮਲ ਦਾ ਫੁੱਲ, ਕਹਿੰਦੇ ਬਸ ਉਹ ਸੁੰਗਣ ਨੂੰ ਹੀ ਹੈਗਾ, ਖੁਸ਼ਬੂ ਵੀ ਨਹੀਂ ਦਿੰਦਾ ਇਹ ਤਾਂ ਚੱਜ ਨਾਲ, ਕਿਉਂ ਚਿੱਕੜ 'ਚ ਖਿਲਿਆ ਹੁੰਦਾ, ਪੰਜਾਉ ਨਹੀਂ ਕੁਝ ਕਰ ਰਿਹਾ, ਤੱਕੜੀ ਹੋਣੀ ਸਹੀ ਤੋਲ ਵਾਰੀ ਸੀ, ਤਾਂ ਹੀ ਝਾੜੂ ਨਾਲ ਸਫਾਈ ਹੋਈ ਸੀ ਤਿੰਨਾਂ ਦੀ। ਝਾੜੂ ਆਇਆ ਤਾਂ ਉਹਨੇ ਫਿਰ ਤੇ ਤੁਹਾਡੇ ਤਿੰਨਾਂ ਤੇ। ਦੇਖੋ ਬੀਜੇਪੀ ਨੂੰ ਜਿਹੜਾ ਕੱਲਿਆਂ ਤੌਰ ਤੇ ਚਿੱਕੜੀ ਸਾਫ਼ ਕਰਤਾ ਕਮਲ ਵਾਲਾ, ਜਿੱਥੇ ਉਗਦੇ ਹੋ ਤੁਸੀਂ, ਕੱਲਿਆਂ ਤੌਰ ਤੇ ਜਿਹੜਾ ਸਰਕਾਰ ਚਲਾਉਣ ਦਾ ਮੌਕਾ ਹਜੇ ਤੱਕ ਨਹੀਂ ਮਿਲਿਆ। ਉਹ ਜੇ ਮੌਕਾ ਮਿਲੇ ਤਾਂ ਅਸੀਂ ਪਬਲਿਕ ਨੂੰ ਕੰਮ ਕਰਕੇ ਦਿਖਾਵਾਂਗੇ। ਅੱਛਾ। ਤੇ ਜੇ ਸਾਨੂੰ ਮੌਕਾ ਨਹੀਂ ਮਿਲਿਆ, ਸਾਨੂੰ ਰੋਸ ਕਿੱਦਾਂ ਦੇ ਸਕਦੇ ਆ? ਕੋਈ ਸਾਨੂੰ ਲੋਕ ਰੋਸ ਹੀ ਨਹੀਂ ਦੇ ਸਕਦੇ। ਜਿੰਨੇ 23 ਸੀਟਾਂ ਚੋਂ ਹੀ 18 ਸੀਟਾਂ ਜਿੱਤਦੇ ਰਹੇ। ਬਾਈ ਇਲੈਕਸ਼ਨ ਕਰ ਲਓ, ਕੇਂਦਰ ਬਾਈ ਇਲੈਕਸ਼ਨ ਕੀ ਹਾਲ ਹੋਇਆ? ਇੰਡੀਆ ਨੇ ਤੁਹਾਨੂੰ ਸ਼ੀਸ਼ਾ ਦਿਖਾਤਿਆ, ਸਪਾ ਦਾ ਕੈਂਡੀਡੇਟ ਜਿੱਤਿਆ ਯੂਪੀ ਦੇ ਵਿੱਚ, ਸ਼ੀਸ਼ਾ ਤੁਹਾਨੂੰ ਦਿਖ ਰਿਹਾ। ਤੁਸੀਂ ਸੋਚ ਰਹੇ ਸੀ 15ਵੇਂ ਸਾਲ ਗਿਣਾਵਾਂਗੇ ਕਿ 15 ਸਾਲ ਕੇਂਦਰ 'ਚ ਭਾਜਪਾ ਦੇ, ਉਹ ਸ਼ਾਇਦ ਹੀ ਖਾਤਾ ਹੈ ਤੁਹਾਡਾ ਐਤਕੀ ਖੁੱਲੇ ਨਾ ਖੁੱਲੇ, ਕਾਊਂਟਡਾਊਨ ਸ਼ੁਰੂ ਹੋ ਚੁੱਕੇ। ਤੁਸੀਂ ਤਾਂ ਫਿਰ ਪੰਜਾਬ ਅਭਿਆਨ ਦੀ ਗੱਲ ਕਰ ਰਹੇ ਹੋ, ਪੈਰ ਤੁਹਾਡੇ ਇੰਡੀਆ ਝਿਲਦੇ ਪਏ, ਦੇਸ਼ ਝਿਲ ਰਹੇ। ਨਹੀਂ, ਇਹ ਤਾਂ ਤੁਸੀਂ ਹਵਾ 'ਚ ਤੀਰ ਮਾਰਦੇ ਹੋ। ਬਾਈ ਇਲੈਕਸ਼ਨ ਦਾ ਰਿਜ਼ਲਟ ਮੈਂ ਤਾਂ ਨਹੀਂ ਕੱਢਿਆ। ਦੇਖੋ ਬਾਈ ਇਲੈਕਸ਼ਨ ਦਾ ਰਿਜ਼ਲਟ ਕਿੱਥੇ ਆਇਆ? ਚੋਣ ਕਮਿਸ਼ਨ ਨਹੀਂ ਕੱਢਿਆ ਨਾ ਸਾਡੇ। ਇਲੈਕਸ਼ਨ ਆਣੀ ਹੈ ਜਦੋਂ, ਤੁਸੀਂ ਇਹਦਾ ਨਤੀਜਾ ਦੇਖੋਗੇ। ਯੂਪੀ 'ਚ ਜਿਹੜੀਆਂ 80 ਦੀਆਂ 80 ਸੀਟਾਂ ਹੈਗੀਆਂ, ਉਹ ਭਾਜਪਾ ਲੈ ਕੇ ਜਾਏਗੀ। ਚਲੋ, ਹਾਲੇ ਵੀ ਗੱਲ ਚੱਲ ਰਹੀ ਹੈ ਬੌਬੀ ਕੰਬੋਜ ਨਾਲ। ਇੱਕ ਵਾਰ ਫੇਰ 1.5 ਮਹੀਨੇ ਬਾਅਦ ਬੌਬੀ ਦਾ ਦਰਦ ਛਲਕ ਕੇ ਬਾਹਰ ਆਇਆ ਕਿ ਇੱਕ ਮੈਂ ਉਸ ਵੇਲੇ ਆਪਣੀ ਇੱਜ਼ਤ ਉਤਾਰੀ ਸੀਗੀ ਕਿ ਜਾਖੜ ਪੰਜਾਬ ਭਾਜਪਾ ਦਾ ਪ੍ਰਧਾਨ ਬਣ ਗਿਆ। ਇੱਕ ਦਰਦ ਅੱਜ ਛਲਕਿਆ ਵੀ ਨਾਰੰਗ ਵਰਗੇ ਜੇ ਤੁਸੀਂ ਪਾਰਟੀ ਵਰਕਰਾਂ ਦੀ ਕਦਰ ਨਹੀਂ ਪਾਓਗੇ, ਜਾਂ ਬੌਬੀ ਵਰਗੇ ਪਾਰਟੀ ਵਰਕਰਾਂ ਦੀ ਕਦਰ ਨਹੀਂ ਪਾਓਗੇ, ਤਾਂ ਕਿਤੇ ਨਾ ਕਿਤੇ ਫੇਰ ਕਦਰਾਂ ਕੀਮਤਾਂ, ਐਥਿਕਸ, ਜਿਨ੍ਹਾਂ ਦੀ ਹਰ ਪਾਰਟੀ ਸਿਧਾਂਤਾਂ ਦੀ ਗੱਲ ਕਰਦੀ ਹੈ, ਜ਼ੀਰੋ ਹੋ ਕੇ ਰਹਿ ਜਾਣਗੇ। ਤੇ ਫਿਰ ਦੇਸ਼ ਸੇਵਾ ਕਿਤੋਂ ਤੁਸੀਂ ਲੱਭ ਕੇ ਲਿਆਓਗੇ। ਹੋਰ ਨਵੀਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ। ਬਾਰਿਸ਼ਾਂ ਤੇ ਹੜ੍ਹ ਦੇ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾ ਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ-ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ